ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਯਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਲੜੀਬੱਧ ਸ਼ਰਵਣ ਕਰ ਰਹੇ ਸੀ। ਇਤਿਹਾਸ ਇੱਥੋਂ ਤੱਕ ਪਹੁੰਚਿਆ ਹੈ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੱਸਦੇ ਨੇ, ਬਾਦਸ਼ਾਹ ਨੇ ਆਖਿਆ ਕਿ ਘੋੜਾ ਥੱਕਿਆ ਹੋਇਆ ਹੈ, ਇਸ ਕਰਕੇ 2-3 ਦਿਨ ਇਸ ਨੂੰ ਆਰਾਮ ਕਰਨ ਦੇ ਵਾਸਤੇ ਸਮਾਂ ਦਿੱਤਾ ਜਾਵੇ। ਇਸ ਤੋਂ ਇਲਾਵਾ ਇੰਨੇ ਚਿਰ ਨੂੰ ਘੋੜੇ ਦੀ ਸੋਹਣੀ ਜਿਹੜੀ ਕਾਠੀ ਨਵੀਂ ਹੈ ਨਾ, ਉਹ ਵੀ ਬਣ ਜਾਏਗੀ ਤੇ 2-3 ਦਿਨਾਂ ਤੋਂ ਬਾਅਦ ਫਿਰ ਸ਼ਾਹਜਹਾਂ ਬਾਦਸ਼ਾਹ ਕਹਿੰਦਾ ਹੈ ਕਿ ਮੈਂ ਇਸ ਘੋੜੇ ਦੀ ਅਸਵਾਰੀ ਕਰਾਂਗਾ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਸੋਨੇ ਉਮਰਾ ਸਰਾਹਨ ਠਾਨੇ, ਰਾਵਰ ਹੋ ਨਿਤ ਭਾਗ ਮਹਾਨੇ। ਬਾਦਸ਼ਾਹ ਦੀ ਗੱਲ ਨੂੰ ਸੁਣ ਕੇ ਜਿਹੜੇ ਬਾਦਸ਼ਾਹ ਦੇ ਉਮਰਾਵ ਨੇ, ਜਿਹੜੇ ਜਰਨੈਲ ਨੇ, ਉਹਨਾਂ ਨੇ ਬੜੀ ਸੋਭਾ ਕੀਤੀ। ਕਹਿੰਦੇ ਨੇ, ਹੇ ਬਾਦਸ਼ਾਹ ਸਲਾਮਤ, ਤੁਹਾਡੇ ਬਹੁਤ ਹੀ ਵੱਡੇ ਉੱਚੇ ਭਾਗ ਨੇ। ਉਚਿਤ ਆਪ ਕੇ ਸਭ ਚੱਲ ਆਵੇ, ਕੋ ਕਿਮ ਕਰੇ ਕਿ ਕਹੂੰ ਦੁਰਾਵੇ। ਕਹਿੰਦੇ ਨੇ ਕਿ ਜਿਹੜੀ ਵੀ ਚੀਜ਼ ਤੁਹਾਡੇ ਵਾਸਤੇ ਲਾਇਕ ਹੁੰਦੀ ਹੈ, ਉਹ ਤੁਹਾਡੇ ਤੱਕ ਹਰ ਇੱਕ ਤਰੀਕੇ ਦੇ ਨਾਲ ਪਹੁੰਚ ਜਾਂਦੀ ਹੈ। ਕਹਿੰਦੇ ਨੇ ਕੋਈ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਚੰਗੀ ਚੀਜ਼ ਹੈ ਨਾ, ਉਹ ਤੁਹਾਡੇ ਤੋਂ ਦੁਰਾ ਕੇ ਛੁਪਾ ਕੇ ਰੱਖ ਨਹੀਂ ਸਕਦਾ। ਦੇਖਤ ਕਹਾਂ ਤੋ ਰੰਗ ਸੁਹਾਏ, ਕਹਾਂ ਵਸਤਰ ਜੀਰਨ ਤਨ ਪਾਏ। ਕਹਿੰਦੇ ਨੇ ਦੇਖੋ ਕਿ ਕਿਤਨਾ ਸੋਹਣਾ ਘੋੜਾ ਸੀ, ਤੇ ਮਾਨੋ ਕਿ ਉਸ ਨੂੰ ਉਸ ਸਿੱਖ ਨੇ ਪੁਰਾਣਿਆਂ ਕੱਪੜਿਆਂ ਦੇ ਨਾਲ ਢੱਕ ਕੇ ਰੱਖਿਆ ਸੀ। ਕਿਉਂਕਿ ਕੱਲ ਇਤਿਹਾਸ ਦੇ ਵਿੱਚ ਇਹ ਕਥਾ ਆਈ ਸੀ, ਇਹ ਗੱਲ ਆਈ ਸੀ ਕਿ ਉਸਨੇ ਪੁਰਾਣੇ ਕੱਪੜੇ ਦੇ ਨਾਲ ਘੋੜੇ ਨੂੰ ਢੱਕਿਆ ਸੀ, ਤਾਂ ਕਿ ਕਿਸੇ ਵੀ ਤੁਰਕ ਦੀ ਨਜ਼ਰ ਨਾ ਪੈ ਜਾਵੇ ਤੇ ਮੇਰੇ ਤੋਂ ਘੋੜਾ ਖੋਇਆ ਨਾ ਜਾਵੇ। ਪਰ ਤਾਂ ਵੀ ਉਹ ਛੁਪਾ ਨਹੀਂ ਸਕਿਆ। ਬਾਦਸ਼ਾਹ ਦੇ ਜਰਨੈਲ ਕਹਿੰਦੇ ਨੇ ਕਿ ਕੋਈ ਵੀ ਚੰਗੀ ਜਿਹੜੀ ਚੀਜ਼ ਹੈ, ਉਹਨੂੰ ਤੁਹਾਡੇ ਤੋਂ ਕੋਈ ਛੁਪਾ ਨਹੀਂ ਸਕਦਾ। ਭਾਵੇਂ ਕਿ ਉਸਨੇ ਘੋੜੇ ਨੂੰ ਬੜਾ ਬਚਾਉਣ ਦਾ ਯਤਨ ਕੀਤਾ, ਪੁਰਾਣੇ ਕੱਪੜੇ ਦੇ ਨਾਲ ਢੱਕ ਕੇ ਵੀ ਰੱਖਿਆ, ਪਰ ਫਿਰ ਵੀ ਤੁਸੀਂ ਘੋੜਾ ਮੰਗਾ ਲਿਆ। ਸ਼ਾਹਜਹਾਂ ਬਹੁ ਕਰੀ ਬਧਾਈ, ਬਖਸ਼ੋ ਦਰਬ ਨਰਨ ਸਮੁਦਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸ਼ਾਹਜਹਾਂ ਬਾਦਸ਼ਾਹ ਨੇ ਬਹੁਤ ਜ਼ਿਆਦਾ ਖੁਸ਼ੀ ਕੀਤੀ ਤੇ ਉਹਨਾਂ ਨੂੰ ਬਹੁਤਾ ਹੀ ਸਾਰਾ ਧਨ ਦਿੱਤਾ ਜਿਹੜੇ ਘੋੜੇ ਨੂੰ ਖੋ ਕੇ ਲਿਆਏ ਸਨ। ਦਾਸਣ ਕੋ ਬਹੁ ਕਰੀ ਤਾਗੀਦ, ਸੇਵੋ ਸ਼ੁਭ ਨਿਤ ਦੇਹੋ ਰਸੀਦ। ਆਪਣੇ ਦਾਸਾਂ ਨੂੰ ਬਹੁਤੀ ਹੀ ਸਾਰੀ ਤਾਗੀਦ ਕੀਤੀ ਹੈ, ਹਦਾਇਤ ਕੀਤੀ ਹੈ ਕਿ ਘੋੜੇ ਦੀ ਹਰ ਇੱਕ ਪ੍ਰਕਾਰ ਦੇ ਨਾਲ ਚੰਗੀ ਸੇਵਾ ਕਰਨੀ ਹੈ, ਔਰ ਹਰ ਸਮੇਂ ਇਹਦੀ ਜਿਹੜੀ ਖਬਰ ਹੈ ਨਾ, ਉਹ ਮੇਰੇ ਕੋਲ ਪਹੁੰਚਣੀ ਚਾਹੀਦੀ। ਕ੍ਰਿਤ ਆਦ ਅਰਨੀਕ ਮਸਾਲਾ, ਮ੍ਰਿਦਲ ਮਹਾ ਤ੍ਰਿਣ ਖਾਏ ਸੁਖਾਲਾ। ਇਸ ਨੂੰ ਘਿਓ ਦਿੱਤਾ ਜਾਵੇ, ਇਸ ਤੋਂ ਇਲਾਵਾ ਚੰਗੇ ਤੇ ਵਧੀਆ ਮਸਾਲੇ ਇਸ ਨੂੰ ਦਿੱਤੇ ਜਾਣ। ਇਸ ਤੋਂ ਇਲਾਵਾ ਬੜਾ ਕੂਲਾ ਤੇ ਹਰਾ ਘਾਹ ਵੀ ਇਸ ਨੂੰ ਚਾਰਿਆ ਜਾਵੇ।
अपनी दृष्ट तरे बंधवायो, देखत रहत मोद मन पायो। कवि जी लिखते ने कि फिर उस जगह ते घोड़े नूं बन्निया गया है जिथों कि आसानी दे नाल बादशाह उसनूं देख सके। मानो कि खुशी दे नाल देखदा रहिंदा सी, घोड़ा उहदियां नजरां दे थल्ले ही बन्निया गया। दोए दिन आछो रहियो तुरंग, पुन रोगी होयो सर बंग। 2 दिन घोड़ा चंगा रहा, राजी रहा, पर कहंदे कि 2 दिनां तो बाद फिर घोड़ा रोगी हो गया। खाए ना दाना पीए ना पानी, दुखत आगली लात उठानी। क्योंकि उत्ते घोड़ा सी सतगुरां दे हजूर पहुंचण दे वास्ते। इस करके कवि जी कहंदे कि रोगी हो गया, ना दाना खांदा है ना पानी पींदा है। इस तो इलावा इस तरह लगता है कि उसकी अगली एक लत्त दे विच बड़ा दर्द है। इस करके अपनी चौथी जिहड़ी अगली लत्त है ना, उसनूं थल्ले धरती दे उत्ते नहीं लाउंदा। दासन देख शाह सो कहियो, आप आए कर कोरा लहियो। दासा ने जाके बादशाह नूं आख्या कि पता नहीं घोड़े नूं की हो गया, ना पानी पींदा है ना दाना खांदा है। इस तो इलावा अपनी एक लत्त भी उत्ते चुक के रखदा है, वो जमीन ते नहीं लाउंदा। इस तरह प्रतीत हुंदा है जिवें लत्त दे विच बड़ी दर्द हुंदी है। उस वेले फिर बादशाह ने आप आण के घोड़े नूं वेख्या। गन सलोतरी तुरत हकारे, तीनों उपाय करे हर हारे। उसे वेले बहुते सारे सलोतरियां नूं बुलाया गया है। ਜਿਹੜੇ ਪਸ਼ੂਆਂ ਦਾ ਦਵਾ ਦਾਰੂ ਕਰਦੇ ਨੇ ਉਹਨਾਂ ਨੂੰ ਆਖਿਆ ਜਾਂਦਾ ਸਲੋਤਰੀ। ਬਹੁਤੇ ਸਾਰੇ ਸਲੋਤਰੀ ਮੰਗਾਏ ਗਏ ਨੇ, ਜਿਨ੍ਹਾਂ ਨੇ ਮਾਨੋ ਕਿ ਬੜੇ ਯਤਨ ਕੀਤੇ, ਬੜੇ ਉਪਚਾਰ ਕੀਤੇ, ਪਰ ਥੱਕ ਹਾਰ ਗਏ। ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਰੋਗ ਕੀ। ਦੇਖ ਦਸ਼ਾ ਅਸ ਕੀ ਸਭ ਕਹਿਓ, ਹਜ਼ਰਤ ਸੁਣੋ ਨਾ ਹਮ ਰੁਝ ਲਹਿਓ। ਘੋੜੇ ਦੀ ਦਸ਼ਾ ਨੂੰ ਦੇਖ ਕੇ ਸਾਰੇ ਜਿਹੜੇ ਇਲਾਜ ਕਰਨ ਵਾਲੇ ਨੇ ਉਹ ਕਹਿੰਦੇ ਨੇ, हे ਬਾਦਸ਼ਾਹ ਸਲਾਮਤ, ਇਸ ਦਾ ਇਲਾਜ ਕੀ ਕਰੀਏ, ਕਿਉਂਕਿ ਅਜੇ ਤੇ ਇਹ ਵੀ ਪਤਾ ਨਹੀਂ ਲੱਗ ਸਕਦਾ ਕਿ ਇਹਦਾ ਰੋਗ ਹੀ ਕੀ ਹੈ। ਸਾਨੂੰ ਤੇ ਰੋਗ ਦੀ ਪਛਾਣ ਹੀ ਨਹੀਂ ਹੋ ਸਕੀ, ਇਲਾਜ ਕੀ ਕਰੀਏ। ਰਾਖਣ ਉਚਿਤ ਨਹੀਂ ਇਸ ਠੌਰਾ, ਇਸ ਕੀ ਗੰਧ ਪਾਏ ਅਸ ਔਰਾ। ਇਲਾਜ ਕਰਨ ਵਾਲਿਆਂ ਨੇ ਬਾਦਸ਼ਾਹ ਨੂੰ ਇਹ ਸਲਾਹ ਦਿੱਤੀ ਹੈ ਕਿ ਅਸੀਂ ਤੁਹਾਨੂੰ ਇਹ ਸਲਾਹ ਦੇ ਸਕਦੇ ਹਾਂ ਕਿ ਘੋੜਾ ਇੱਥੇ ਰੱਖਣ ਦੇ ਵਾਸਤੇ ਠੀਕ ਨਹੀਂ ਹੈ। ਇਹਦੀ ਗੰਧ ਦੇ ਨਾਲ ਮੰਨੋ ਕਿ ਤੁਹਾਡੇ ਬਾਕੀ ਜਿਹੜੇ ਘੋੜੇ ਨੇ ਨਾ ਉਹ ਵੀ ਰੋਗੀ ਹੋ ਸਕਦੇ ਨੇ। ਇਸ ਕਰਕੇ ਇਸ ਘੋੜੇ ਨੂੰ ਰੱਖਣਾ ਨਹੀਂ ਚਾਹੀਦਾ। ਕਿਸੇ ਉਮਰਾਵ ਦੇਹ ਜੋ ਲੇਹ, ਉਪਚਾਰ ਚਿਰ ਲਓ ਤਨ ਦੇਹ। ਇਸ ਕਰਕੇ ਉਹਨਾਂ ਨੇ ਆਖਿਆ ਹੈ ਕਿ हे ਬਾਦਸ਼ਾਹ ਸਲਾਮਤ, ਕਿਸੇ ਆਪਣੇ ਵੱਡੇ ਜਰਨੈਲ ਨੂੰ ਜਾਂ ਕਿਸੇ ਉਮਰਾਵ ਨੂੰ ਇਹ ਘੋੜਾ ਤੁਸੀਂ ਦੇ ਦਿਓ। ਉਹਦੇ ਘਰ ਦੇ ਵਿੱਚ ਇਕੱਲਾ ਘੋੜਾ ਰਵੇਗਾ ਤੇ ਚਿਰਾਂ ਤੱਕ ਉਸ ਦਾ ਉਪਚਾਰ ਕੀਤਾ ਜਾਵੇਗਾ, ਇਲਾਜ ਕੀਤਾ ਜਾਵੇਗਾ। ਕਿਉਂਕਿ ਪਹਿਲਾਂ ਤੇ ਬਿਮਾਰੀ ਲੱਭੀ ਜਾਵੇਗੀ, ਫਿਰ ਬਿਮਾਰੀ ਦਾ ਇਲਾਜ ਲੰਮਾ ਸਮਾਂ ਚੱਲੇਗਾ, ਤਾਂ ਕਿਤੇ ਘੋੜਾ ਰਾਜ਼ੀ ਹੋਏਗਾ। ਸੁਣਤ ਸ਼ਾਹ ਯੁਤ ਚਿੰਤ ਬਿਰਾਜੀ, रुस्तम खान हो तो टिग काजी। सुन के बादशाह बहुत ही ज्यादा हैरान होया। सारे दे सारे सुनने वाले भी बड़े हैरान ने। चिंता दे विच बादशाह डुब गया है। कवि जी लिखते ने, रुस्तम खान हो तो टिग काजी। उस वेले रुस्तम खान नां दा एक काजी बादशाह दे लागे खलोता। जिस ते सुने किताब हमेश, टिग राखे दे दरब विशेष। कवि जी लिखते ने कि काजी ओ काजी से जिदे तो बादशाह हमेशा मानो कि कुरान नूं सुनदा सी। इस करके बहुते सारे पैसे दे के काजी नूं अपने कोल बादशाह ने रखिया होया सी। कहे ओ शाह ले हो तुरंग, कारी उपचार मिटै रुज अंग। उस वेले शाहजहां बादशाह ने आख्या, हे काजी साहब,
इस घोड़े नूं तुसीं लै लो, इहदा उपचार करो तां कि इह अरोग हो जावे। और नाल दी नाल बादशाह ने यह भी आख्या कि जेकर राजी हो जावेगा ते तू ही इस नूं रख ले। नाहि तां करै खरीदण कोए, धन गन को ले दीजै सोए। कहता है जे राजी हो गया ते आप रख ले, ते जेकर तू समझेगा कि राजी नहीं हुंदा ते जेकर कोई खरीद वाला मिल जावे ते इस घोड़े नूं वेच देवीं। धन गन को ले दीजै सोए, ते मानो कि बहुता सारा धन तू लैके इस नूं वेच भी सकदा है। कहण तो भाव है कि जे राजी हो जावेगा तां भी तेरा है, ते जे विक जावेगा वो पैसे भी तेरे ने। नहीं अरूढ़ बेलायक रहियो, नजर लाए किन तत्शन दहियो। बादशाह कहता है कि ये जरा घोड़ा है ना, हुण मेरी सवारी दे लायक नहीं रहा। मैनू लगता है कि किसी दुष्ट ने इस नूं माड़ी नजर ला दी। सब सलोतरी करे उपाए, मिट्यो खेद ना लात टिकाए। कहता है वड्डी नजर दुष्ट दी किसे दी लग गई है, इस करके सलोतरियां ने बड़े उपाय कीते ने, बड़े यत्न कीते ने, पर किसी भी तरीके दे नाल रोग मिट नहीं सकिया ते लत नूं मानो कि धरती दे उत्ते रखदा ही नहीं। सुन काजी और भरियो प्रमोद, निव्यो बार बहु हजरत कोद। जदों काजी नूं बादशाह ने इस तरह आख्या, कवि जी लिखते ने कि काजी दे हिरदे दे विच खुशी पैदा हुई है ते बार बार उसने बादशाह नूं चुक के सलाम कीते, धन्नवाद कीता। ले तुरंग आनत पासंग, सने सने चल पीड़त अंग। काजी घोड़े नूं लैके अपने घर दे वल तुर पिया है। हौली हौली घोड़ा मानो कि पीड़ा नूं मनाउंदा होया उहदे नाल जान लगा। जाह दुर्ग ते जिस मग घर को, बीच हो तो डेरा सतगुर को। ग्रंथाकार भाई संतोख सिंह जी लिखते ने कि जिथे बादशाह दा किला सी ते जिथे दूसरे पासे उस काजी दा घर सी, उस राह वाले रस्ते दे उत्ते ही सतगुरु सच्चे पातशाह जी दा डेरा आउंदा सी। आवत जात नजर तह पर, होए ऊंचे सिर गुर नित थिरै। सतगुरां दे डेरे लागों दी जिहड़ा रस्ता लंघदा सी, मानो कि हर एक आदमी दा आउंदियां जांदियां उथों पता लगदा सी। इस तो इलावा सतगुरु हरगोबिंद सच्चे पातशाह जी जदों भी दरबार दे विच बहिंदे सन ते उन्हां दा जिहड़ा आसन है ना बहुत ही ज्यादा उच्चा हुंदा सी। है के सहत तहां चल आयो, जह सिख गण दीवान लगायो। घोड़े दे समेत उस रस्ते दे राही काजी लंघ के जा रहा सी, जिथे के मानो सतगुरां दे डेरे दे उत्ते बहुता सारा संगतां दा इकट्ठ हो रहा सी। ऊच बिराजै अंतर जामी, जो करता सब जग को स्वामी। इस तो इलावा कवि जी लिखते ने कि जेड़े सतगुरु सच्चे पातशाह जी वो अंतरजामी ने। इस तो इलावा वो उच्ची जगह ते बैठते सन, जेड़े मानो के सारे दुनिया दे मालिक ने और सारे जग दे करता ने। करी तुरंग हरेख वशेखा, मनो पुकारत सिर गुर देखा। जदों ही डेरे दे सामने घोड़ा पहुंचा ते कवि जी लिखते ने कि मानो बहुत ही ज्यादा जोर दे नाल घोड़ा हिनकिया, मनो पुकारत श्री गुरु देखा। मानो के सतगुरां नूं देख के उन्हें एक तरह की घोड़े ने पुकार की है, अर्ज की है सतगुरां दे कोल। तुरक तोप तप ताल बिलंद, मैं आरत गज दीन मनिंद। मानो के तुरकां दा समूह तप एक भारी वड्डा सरोवर है। मैं आरत गज दीन मिनंद, ते मानो के घोड़ा मन दे विच ये पुकार करदा है कि ऐसे मानो के पानी दे विच मैं सच्चे पातशाह उस हाथी वर्गा हां और मैं तुहाडे चरनां दे विच पुकार करदा। काजी ग्राह ग्रस्यो ले जात,
ਬਿਰਦ ਦੀਨ ਬੰਧੂ ਬਖਿਆਤ। ਸੱਚੇ ਪਾਤਸ਼ਾਹ ਇਹ ਜਿਹੜਾ ਕਾਜੀ ਮੈਨੂੰ ਲਗਾਮ ਤੋਂ ਫੜ ਕੇ ਲਿਜਾ ਰਿਹਾ ਹੈ, ਇਹ ਮਾਨੋ ਕਿ ਤੰਦੂਏ ਵਰਗਾ ਹੈ ਤੇ ਮੈਨੂੰ ਮਾਨੋ ਕਿ ਗਰਸੀ ਲਈ ਜਾਂਦਾ ਹੈ, ਫੜ ਕੇ ਲਈ ਜਾਂਦਾ ਹੈ। ਸੱਚੇ ਪਾਤਸ਼ਾਹ ਬਿਰਦ ਦੀਨ ਬੰਧੂ ਬਖਿਆਤ, ਤੁਸੀਂ ਦੀਨਾਂ ਦੇ ਬੰਧੂ ਹੋ, ਤੁਹਾਡਾ ਧਰਮ ਹੈ ਕਿ ਗਰੀਬਾਂ ਦੀ ਰੱਖਿਆ ਕਰਨੀ। ਸੱਚੇ ਪਾਤਸ਼ਾਹ ਮੇਰੀ ਆਰਤ ਦੀ ਪੁਕਾਰ ਸੁਣੋ ਔਰ ਮੈਨੂੰ ਛੁਡਾਓ। ਕਰੋ ਛੁਰਾਵਨ ਰਾਖੋ ਪਾਸ, ਕਿਰਪਾ ਨਿਧਾਨ ਸੁਣੋ ਅਰਦਾਸ। ਮਾਨੋ ਕਿ ਮਨ ਹੀ ਮਨ ਦੇ ਵਿੱਚ ਘੋੜੇ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਸ ਕਾਜੀ ਰੂਪ ਤੰਦੂਏ ਤੋਂ ਮੈਨੂੰ ਛੁਡਾ ਕੇ ਆਪਣੇ ਕੋਲ ਰੱਖੋ। हे ਕਿਰਪਾ ਦੇ ਨਿਦਾਨ ਸਤਿਗੁਰੂ ਜੀ, ਮੇਰੀ ਅਰਦਾਸ ਨੂੰ, ਮੇਰੀ ਬੇਨਤੀ ਨੂੰ ਪ੍ਰਵਾਨ ਕਰੋ। ਆਸਮਾਨ ਕੀ ਲਖ ਕਹਿ ਤਤਕਾਲਾ, ਕਰੇ ਬਿਲੋਚਨ ਊਚ ਬਿਸਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਮਾਨੋ ਕਿ ਅਸ ਦੀ ਘੋੜੇ ਦੀ ਜਿਹੜੀ ਕੀਤੀ ਹੋਈ ਪੁਕਾਰ ਸੀ ਉਹ ਸਤਿਗੁਰਾਂ ਦੇ ਕੋਲ ਪਹੁੰਚ ਗਈ ਹੈ ਔਰ ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਨੇਤਰਾਂ ਨੂੰ ਉੱਚਾ ਚੁੱਕਿਆ। ਦਿਸ਼ ਮਾਰਗ ਕੀ ਦ੍ਰਿਸ਼ਟ ਚਲਾਈ, ਬੋਲੇ ਕੌਣ ਤੁਰੰਗ ਲੈ ਜਾਈ। ਸਤਿਗੁਰਾਂ ਨੇ ਉਸ ਪਾਸੇ ਨੂੰ ਵੇਖਿਆ ਹੈ। ਕੀ ਵੇਖਿਆ ਹੈ ਕਿ ਕੋਈ ਆਦਮੀ ਘੋੜੇ ਨੂੰ ਲਈ ਜਾਂਦਾ ਹੈ। ਸਤਿਗੁਰਾਂ ਨੇ ਸਵਾਲ ਕੀਤਾ, ਕਹਿੰਦੇ ਨੇ ਕੌਣ ਹੈ ਜਿਹੜਾ ਕਿ ਮਾਨੋ ਕਿਸੇ ਘੋੜੇ ਨੂੰ ਲਈ ਜਾਂਦਾ ਹੈ। ਸਨੇ ਸਨੇ ਗਮਨਤ ਦੁਖਿਆਰਾ, ਕਿਤਕ ਸਿੱਖ ਉਠੇ ਤਬੇ ਨਿਹਾਰਾ। ਭਾਵੇਂ ਕਿ ਅੰਤਰਜਾਮੀ ਸਤਿਗੁਰੂ ਜੀ ਸਾਰਾ ਕੁਝ ਜਾਣਦੇ ਨੇ, ਤਾਂ ਵੀ ਮਾਨੋ ਕਿ ਅਣਜਾਣ ਬਣ ਕੇ ਸਤਿਗੁਰਾਂ ਨੇ ਸਵਾਲ ਕੀਤਾ ਕਿ ਘੋੜਾ ਬੜਾ ਦੁਖੀ ਲੱਗਦਾ ਹੈ ਜਿਹਨੂੰ ਕਿ ਉਹ ਫੜ ਕੇ ਕੋਈ ਆਦਮੀ ਲਿਜਾ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕੌਣ ਆਦਮੀ ਹੈ ਜਿਹੜਾ ਘੋੜੇ ਨੂੰ ਲਿਜਾ ਰਿਹਾ ਹੈ। ਉਸੇ ਵੇਲੇ ਮਾਨੋ ਕਿ ਇੱਕ ਸਿੱਖ ਨੇ ਉੱਠ ਕੇ ਵੇਖਿਆ, ਕਹਿੰਦਾ ਕਾਜੀ ਇਹ ਗਰੀਬ ਨਿਵਾਜ, ਜਾਤ ਲਿਏ ਕੋ ਰੋਗੀ ਬਾਜ। ਸਿੱਖ ਨੇ ਪਛਾਣ ਕੀਤੀ, ਕਹਿਣ ਲੱਗਾ ਸੱਚੇ ਪਾਤਸ਼ਾਹ हे ਗਰੀਬ ਨਿਵਾਜ, ਇਹ ਕਾਜੀ ਜਾ ਰਿਹਾ ਹੈ ਜਿਹੜਾ ਕਿ ਆਪਣੇ ਨਾਲ ਕਿਸੇ ਰੋਗੀ ਘੋੜੇ ਨੂੰ ਲਿਜਾ ਰਿਹਾ ਹੈ। ਹਿਮ ਸੁਣ ਘੋਰਾ ਲਿਆਇਓ ਜੋਏ, ਉਠਤ ਬਿਲੋ ਕਿਉ ਪਰਖਿਓ ਸੋਏ। ਜਦੋਂ ਸਿੱਖ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ ਤੇ ਜਿਹੜਾ ਮਾਨੋ ਕਿ ਉਸ ਘੋੜੇ ਨੂੰ ਲੈ ਕੇ ਆਇਆ ਸੀ ਕਾਬਲ ਵਾਲਾ ਸਿੱਖ, ਉਹ ਝੱਟ ਹੀ ਉੱਠ ਕੇ ਖੜਾ ਹੋ ਗਿਆ। ਉਹਨੇ ਵੀ ਉਸ ਪਾਸੇ ਵੇਖਿਆ ਤੇ ਮਾਨੋ ਕਿ ਉਸੇ ਵੇਲੇ ਵੇਖਦਿਆਂ ਸਾਰ ਹੀ ਉਹਨੇ ਘੋੜੇ ਨੂੰ ਪਛਾਣ ਲਿਆ ਕਿ ਇਹ ਤੇ ਉਹੀ ਘੋੜਾ ਹੈ ਜਿਹੜਾ ਮੈਂ ਸਤਿਗੁਰਾਂ ਦੇ ਵਾਸਤੇ ਲੈ ਕੇ ਆ ਰਿਹਾ ਸੀ ਤੇ ਮੇਰੇ ਤੋਂ ਤੁਰਕਾਂ ਨੇ ਖੋਹ ਲਿਆ ਸੀ। ਔਰ ਹਰ ਖਤ ਮੁਖ ਤੁਰਤ ਉਚਾਰਾ, ਸ੍ਰੀ ਗੁਰੂ ਜੀ ਤੁਰੰਗ ਤੁਮਾਰਾ। ਖੁਸ਼ੀ ਹੋਈ, ਮਨ ਦੇ ਵਿੱਚ ਖੁਸ਼ੀ ਨੂੰ ਧਾਰਨ ਕਰਕੇ ਕਾਹਲੀ ਦੇ ਨਾਲ ਬੋਲਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਸ੍ਰੀ ਗੁਰੂ ਜੀ ਇਹ ਤੁਰੰਗ ਤੁਮਾਰਾ। ਸੱਚੇ ਪਾਤਸ਼ਾਹ ਇਹ ਤੇ ਉਹੀ ਘੋੜਾ ਹੈ ਜਿਹੜਾ ਕਿ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦੇ ਵਿੱਚ ਪਹੁੰਚਣਾ ਚਾਹੀਦਾ ਸੀ, ਪਰ ਮੇਰੀ ਬਦਕਿਸਮਤੀ ਦੇ ਨਾਲ ਉਹ ਨਹੀਂ ਪਹੁੰਚਿਆ। ਵਿਚੁਰ ਮੋਹ ਤੇ ਦੁਰਬਲ ਪਾਇਓ, ਨਹੀਂ ਯਤਨ ਕਰ ਰਾਵਰ ਲਿਓ। ਸਿੱਖ ਨੇ ਆਖਿਆ ਕਿ ਸੱਚੇ ਪਾਤਸ਼ਾਹ ਮੇਰੇ ਤੋਂ ਵਿਛੜ ਗਿਆ ਹੈ, ਇਸ ਕਰਕੇ ਮਾਨੋ ਕਿ ਹੁਣ ਦੁਰਬਲ ਹੋ ਗਿਆ ਹੈ, ਬੜਾ ਕਮਜ਼ੋਰ ਹੋ ਗਿਆ ਹੈ, ਨਹੀਂ ਯਤਨ ਕਰ ਰਾਵਰ ਲਿਓ। ਪਰ ਸੱਚੇ ਪਾਤਸ਼ਾਹ ਤੁਸੀਂ ਵੀ ਯਤਨ ਕਰਕੇ ਅਜੇ ਉਸ ਘੋੜੇ ਨੂੰ ਪ੍ਰਾਪਤ ਨਹੀਂ ਕੀਤਾ। ਦੁਸ਼ਟਣ ਕੇ ਬਸ ਪਾਇਸ ਹਾਲ, ਲੀਜੈ ਸਤਿਗੁਰ ਆਪ ਸੰਭਾਲ। ਕਹਿੰਦਾ ਕਿ ਤੁਹਾਡੇ ਚਰਨਾਂ ਦੇ ਵਿੱਚ ਨਹੀਂ ਪਹੁੰਚਿਆ, ਦੁਸ਼ਟਾਂ ਦੇ ਵਸ ਦੇ ਵਿੱਚ ਪਿਆ ਹੋਇਆ, ਇਸੇ ਕਰਕੇ ਮਾਨੋ ਕਿ ਘੋੜੇ ਦਾ ਬੁਰਾ ਹਾਲ ਹੈ। ਲੀਜੈ ਸਤਿਗੁਰੂ ਆਪ ਸੰਭਾਲ। हे ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਇਸ ਘੋੜੇ ਨੂੰ ਤੁਸੀਂ ਸੰਭਾਲ ਲਓ। ਇਸ ਤਰੀਕੇ ਦੇ ਨਾਲ ਉਸ ਵੇਲੇ ਹੋਇਆ। ਘੋੜਾ ਸ਼ਾਹੀ ਤਬੇਲੇ ਦੇ ਵਿੱਚ ਬੱਧਾ, ਉਸੇ ਦਿਨ ਤੋਂ ਝਟ ਬਿਮਾਰ ਹੋਇਆ। ਪੇਵਾ ਹੋ ਗਿਆ ਉਸ ਦੇ ਪੈਰ ਅੰਦਰ, ਖਾਏ ਪੀਏ ਨਾ ਕੁਝ ਲਾਚਾਰ ਹੋਇਆ। ਯਾਦ ਰੱਖਣ ਦੀ ਲੋੜ ਹੈ ਕਿ ਪੇਵਾ ਫੋੜੇ ਨੂੰ ਆਖਿਆ ਜਾਂਦਾ। ਸਾਰੇ ਸ਼ਾਹੀ ਹਕੀਮ ਲਾਜ਼ੋਰ ਥਕੇ,
ਬਾਦਸ਼ਾਹ ਵੀ ਵੇਖ ਬੇਜ਼ਾਰ ਹੋਇਆ, ਲਾਗ ਨਾਲ ਬਿਮਾਰ ਹੋਰ ਕਈ ਕੋੜੇ, ਫਿਕਰ ਸਭ ਦੇ ਦਿਲ ਨੂੰ ਭਾਰ ਹੋਇਆ। ਕਾਜ਼ੀ ਤਾਈ ਬਾਦਸ਼ਾਹ ਨੇ ਬਖਸ਼ ਦਿੱਤਾ, ਰੁਸਤਮ ਖਾਂ ਖੁਸ਼ੀ ਬੇਸਿਆਰ ਹੋਇਆ। ਰਾਜ਼ੀ ਹੋਏ ਘੋੜਾ ਪੂਰੇ ਲੱਖ ਦਾ ਏ, ਇਹ ਸੋਚ ਲੈ ਕਰ ਨੂੰ ਤਿਆਰ ਹੋਇਆ। ਕਿਉਂਕਿ ਕਾਜ਼ੀ ਨੇ ਇਸ ਕਰਕੇ ਖੁਸ਼ੀ ਮਨਾਈ ਸੀ ਕਿ ਜੇ ਘੋੜਾ ਰਾਜੀ ਹੋ ਗਿਆ ਤੇ ਮਾਨੋ ਕਿ ਪੂਰਾ ਲੱਖ ਰੁਪਏ ਦਾ। ਰੁਸਤਮ ਖਾਂ ਪੀ ਰਹਿੰਦਾ ਮਜ਼ੂੰਗੀ ਹੀ ਸੀ, ਚਲਾ ਆਮਦਾ ਤੇਜ ਰਫਤਾਰ ਹੋਇਆ। ਅੱਗੇ ਲੱਗਾ ਦੀਵਾਨ ਸਤਿਗੁਰੂ ਜੀ ਦਾ, ਜਦ ਆਣ ਮੁਕਾਬਲੇ ਸਾਰ ਹੋਇਆ। ਭਾਗ ਮੱਲ ਨੇ ਘੋੜਾ ਪਛਾਣ ਲਿਆ, ਪੁੱਬਾਂ ਨਿਕਲ ਗਈਆਂ ਮਿੰਨਤਦਾਰ ਹੋਇਆ। ਮੇਰੇ ਵਾਲਾ ਇਹ ਘੋੜਾ ਕਰਤਾਰ ਸਿੰਘਾ, ਇਹ ਆਖ ਕੇ ਬਿਹਬਲ ਦੁਖਿਆਰ ਹੋਇਆ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਮਿੰਨਤਦਾਰ ਹੋ ਗਿਆ। ਭਾਗਮਲ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਕਿ ਸੱਚੇ ਪਾਤਸ਼ਾਹ ਇਹ ਤੇ ਉਹੀ ਘੋੜਾ ਹੈ ਜਿਹੜਾ ਮੈਂ ਤੁਹਾਡੇ ਚਰਨਾਂ ਦੇ ਵਿੱਚ ਪਹੁੰਚਾਉਣਾ ਸੀ। ਅਦਕ ਪ੍ਰੇਮ ਸਿੱਖ ਕੇ ਓ ਰਹੇਰਾ, ਕਾਜ਼ੀ ਦਿਛ ਬਿਲੋਕ ਤਿਸ ਬੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਿੱਖ ਦੇ ਵਧੇਰੇ ਪ੍ਰੇਮ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਰਖਿਆ ਤੇ ਮਾਨੋ ਕਿ ਉਸੇ ਵੇਲੇ ਕਾਜ਼ੀ ਦੇ ਵੱਲ ਵੇਖ ਕੇ ਸਤਿਗੁਰਾਂ ਨੇ ਬਚਨ ਕੀਤਾ, ਪੱਠ ਕੇ ਸਿੱਖ ਸਮੀਪ ਹਕਾਰਾ, ਸਾਦਰ ਸਭਾ ਬੀਚ ਬੈਠਾਰਾ। ਉਸੇ ਵੇਲੇ ਸਤਿਗੁਰਾਂ ਨੇ ਸਿੱਖ ਨੂੰ ਹੁਕਮ ਕੀਤਾ ਕਿ ਭਾਈ ਸਿੱਖਾ ਉਸ ਕਾਜ਼ੀ ਨੂੰ ਮੇਰੇ ਕੋਲ ਬੁਲਾ ਲਿਆ। ਸਿੱਖ ਨੂੰ ਕੱਲਿਆ ਉਹ ਕਾਜ਼ੀ ਨੂੰ ਬੁਲਾ ਕੇ ਲੈ ਆਇਆ। ਸਤਿਗੁਰਾਂ ਨੇ ਕਾਜ਼ੀ ਨੂੰ ਸਤਿਕਾਰ ਦੇ ਨਾਲ ਆਪਣੇ ਕੋਲ ਬਿਠਾ ਲਿਆ। ਹੈ ਬਿਰਤਾਂਤ ਕੋ ਬੂਝੋ ਜਬੈ, ਕਾਜ਼ੀ ਕਹਿਤ ਪਇਓ ਤਬ ਸਬੈ। ਜਦੋਂ ਕਾਜ਼ੀ ਬੈਠਿਆ ਤੇ ਸਤਿਗੁਰਾਂ ਨੇ ਘੋੜੇ ਦੀ ਵਾਰਤਾ ਪੁੱਛੀ ਕਿ ਘੋੜੇ ਨੂੰ ਕੀ ਬਿਮਾਰੀ ਹੈ, ਕੀ ਹੋ ਗਿਆ ਹੈ। ਉਸ ਵੇਲੇ ਫਿਰ ਕਾਜ਼ੀ ਨੇ ਸਾਰੀ ਜਿਹੜੀ ਵਾਰਤਾ ਸੀ ਨਾ ਉਹ ਸਤਿਗੁਰਾਂ ਨੂੰ ਸੁਣਾ ਦਿੱਤੀ। ਕਾਬਲ ਦਿਸ਼ ਤੇ ਸ਼ਾਹ ਮੰਗਾਵਾ, ਚੜਿਓ ਨਹੀਂ ਚੜ ਬੇਲਲ ਚਾਵਾ। ਕਾਜ਼ੀ ਕਹਿੰਦਾ ਹੈ ਕਿ ਕਾਬਲ ਦੇ ਵੱਲੋਂ ਬਾਦਸ਼ਾਹ ਨੇ ਘੋੜਾ ਮੰਗਵਾਇਆ ਹੈ, ਪਰ ਬਾਦਸ਼ਾਹ ਇਹਦੇ ਤੇ ਅਸਵਾਰੀ ਨਹੀਂ ਕਰ ਸਕਿਆ। ਮਾਨੋ ਕਿ ਉਹਦੀ ਅਸਵਾਰੀ ਦੀ ਜਿਹੜੀ ਤਮੰਨਾ ਸੀ ਨਾ ਉਹ ਮਨ ਦੇ ਵਿੱਚ ਹੀ ਰਹਿ ਗਈ। ਘੋੜਾ ਪਹਿਲਾਂ ਬਿਮਾਰ ਹੋ ਗਿਆ। ਦੋਏ ਦਿਨ ਆਛੋ ਰਹਿਓ ਤਬੇਲੇ, ਪਾਇਓ ਰੋਗ ਪੁੰਨ ਕੀਆ ਦੋਹੇਲੇ। ਕਾਜ਼ੀ ਕਹਿੰਦਾ ਕਿ 2 ਦਿਨਾਂ ਤੱਕ ਤੇ ਘੋੜਾ ਬਿਲਕੁਲ ਰਾਜੀ ਬਾਜ਼ੀ ਰਿਹਾ ਤਬੇਲੇ ਦੇ ਵਿੱਚ, ਤੇ ਕਹਿੰਦਾ ਕਿ 2 ਦਿਨਾਂ ਤੋਂ ਬਾਅਦ ਫਿਰ ਘੋੜਾ ਰੋਗੀ ਹੋ ਗਿਆ। ਮਾਨੋ ਕਿ ਰੋਗ ਨੇ ਬਹੁਤ ਹੀ ਜ਼ਿਆਦਾ ਘੋੜੇ ਨੂੰ ਦੁਖੀ ਕੀਤਾ ਹੈ। ਆਪਣੇ ਉਚਤ ਨ ਹਜ਼ਰਤ ਜਾਨਾ, ਮੁਝ ਕੋ ਬਖਸ਼ ਦੀਨ ਹਿਤ ਠਾਨਾ। ਕਾਜ਼ੀ ਕਹਿੰਦਾ ਕਿ ਬਾਦਸ਼ਾਹ ਨੇ ਆਪਣੇ ਅਸਵਾਰੀ ਦੇ ਲਾਇਕ ਘੋੜੇ ਨੂੰ ਨਹੀਂ ਜਾਣਿਆ, ਇਸ ਕਰਕੇ ਉਹਨੇ ਘੋੜਾ ਮੈਨੂੰ ਬਖਸ਼ ਦਿੱਤਾ ਹੈ ਮੇਰੇ ਨਾਲ ਪ੍ਰੇਮ ਕਰਕੇ। ਕਹਿਓ ਇਲਾਜ ਕਰੋ ਹੋਏ ਰਾਜ਼ੀ, ਨਾਹੀਂ ਤਾਂ ਵੇਚ ਦੇਹੋ ਕਿਤ ਬਾਜ਼ੀ। ਕਾਜ਼ੀ ਕਹਿੰਦਾ ਕਿ ਇਸ ਤੋਂ ਇਲਾਵਾ ਮੈਨੂੰ ਬਾਦਸ਼ਾਹ ਨੇ ਇਹ ਵੀ ਆਖਿਆ ਹੈ ਇਲਾਜ ਕਰ ਲੈ ਘੋੜੇ ਦਾ, ਜੇ ਰਾਜੀ ਹੋ ਜਾਵੇਗਾ ਤੇ ਘੋੜਾ ਤੇਰਾ ਹੋਇਆ। ਇਸ ਤੋਂ ਇਲਾਵਾ ਕਹਿੰਦਾ ਕਿ ਮੈਨੂੰ ਇਹ ਵੀ ਆਖਿਆ ਹੈ ਬਾਦਸ਼ਾਹ ਨੇ ਕਿ ਜੇਕਰ ਕਿਧਰੇ ਵਿਕਦਾ ਹੋਵੇ ਤੇ ਵੇਚ ਕੇ ਪੈਸੇ ਵਟ ਲੈ। ਅਬਲੇ ਕਰ ਮੈਂ ਸਦਨ ਸਿਧਾਰੋ, ਦੇ ਦੇ ਔਸ਼ਧ ਰੋਗ ਨਿਵਾਰੋ। ਕਾਜ਼ੀ ਕਹਿੰਦਾ ਕਿ ਹੁਣ ਮੈਂ ਇਹਨੂੰ ਘਰ ਲਿਜਾਵਾਂਗਾ, ਘਰ ਲਿਜਾ ਕੇ ਚੰਗੀਆਂ ਚੰਗੀਆਂ ਔਸ਼ਧੀਆਂ ਦਵਾਈਆਂ ਦੇ ਕੇ ਮਾਨੋ ਕਿ ਇਸ ਦੇ ਰੋਗ ਨੂੰ ਦੂਰ ਕਰਨ ਦਾ ਯਤਨ ਕਰਾਂਗਾ। ਅਸ ਦੇਸ਼ ਦ੍ਰਿਸ਼ਟ ਧਾਰ ਗੁਰ ਕਹੀ, ਜੇ ਵੇਚਣ ਚਾਹਤ ਚਿਤ ਮਹੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੇ ਵੱਲ ਵੇਖਿਆ ਤੇ ਸਤਿਗੁਰਾਂ ਨੇ ਆਖਿਆ ਕਿ ਹੇ ਕਾਜ਼ੀ ਸਾਹਿਬ, ਜੇਕਰ ਤੁਸੀਂ ਇਹੀ ਮਨ ਬਣਾਇਆ ਹੈ ਕਿ ਘੋੜੇ ਨੂੰ ਵੇਚਣਾ ਹੈ,
कहते ने करके मोल देहो हम पास, इसको रोग करें सब नाश। सतगुरु जी कहते ने कि जेकर काजी जी वेचना चाहते हो ते वेचन वाले दी गाहक दी भाल की करनी है। सतगुरु जी कहते ने सानू ही वेच दिओ, असीं आपे इस घोड़े दा इलाज कर लवांगे ते सानू लगदा है ये राजी हो जाए। सुन काजी कह मोल विसाला, को दे सके देख इस हाला। सुन के काजी कहता है कि सच्चे पातशाह वड्डी कीमत दा है, मुल ते इहदा बहुता ज्यादा है, पर सच्चे पातशाह को दे सके देख इस हाला। मानो कि इस हालत दे विच तेरा कौडी मुल नहीं, भाव के कीमत ते बहुती है, रोगी घोड़े दी कोई की कीमत अदा करे। कहता तीन चरण एक धरत ना धरनी, लियो लाख कीमत यह बरनी। कहता है कि तीन चरण भाव के तीन पौड़ धरती दे उत्ते रखदा है, चौथा पैर धरती ते नहीं लाउंदा, दियो लाख कीमत यह बरनी। और मैनू पता लगा है 1 लाख रुपये कीमत दा यह घोड़ा है। सूरत सुंदर जन किन करियो, चंचल बल विशाल ते भरियो। घोड़े दी मानो के सूरती बड़ी सुंदर है, मानो के घोड़ा जिवें किसी ने घड़ के बनाया होवे इस तरह का घोड़ा है। चंचल बल विशाल ते भरियो, बड़ा चंचल सी, बड़ा ताकत वाला लगदा सी, पर किसी ने मानो माड़ी नजर ला दी है। हुण ते घोड़ा रिहा ही नहीं उवें दा जिवें दा पहला सी। सुन काजी ते सिर गुर कहें, देहो मोल हम लैबो चहें। काजी मानो के जानू कराउंदा है कि घोड़े नूं वड्डा इस तरह का रोग है, चौथा पौड़ ही धरती ते नहीं लाउंदा। सतगुरु सच्चे पातशाह जी काजी नूं कहंदे ने देहो मोल हम लैबे चहें। सतगुरु जी कहंदे ने कि असीं इस घोड़े की कीमत अदा करके तेरे तो लैना चाहुंदे हां, असीं ये घोड़ा खरीदना है। उचित अरूढ़न के अब नाही, जे सतगुर इस रोग गवाही। सतगुरु हरगोबिंद सच्चे पातशाह जी ने वचन किया कि भावें इस वेले ये घोड़ा रोगी है, ये सवारी दे लायक नहीं है, पर सतगुरु जी कहते ने यह भी हो सकता है कि सतगुरु सच्चे पातशाह जी कृपा करके इस दे रोग नूं दूर कर दें। कितक दिवस सेवा करवावे, दुर्बल पातव बल पर आवे। सतगुरु जी कहते ने कि थोड़े दिनों तक असी घोड़े की सेवा करांगे, इसका इलाज करवावांगे। सतगुरु सच्चे पातशाह जी कहते ने मैनू लगता है कि घोड़ा फिर तो ताकत वाला हो जाएगा, यदि कमजोरी और बीमारी जाती रहेगी। तुमो न आस जीन सकेरी, ले हो लाभ बेचते सबेरी। काजी नूं सतगुरु सच्चे पातशाह जी कहते ने कि तेरे मन दे विच ते यह आस नहीं होवेगी कि घोड़ा बचेगा, इस करके मानो कि तू लाभ लै, पैसे लै ते घोड़े नूं वेच दे। 10 सहस्र हम देवें तन को, लेकर जाओ हरख धर मन को। भावें के घोड़ा लाख रुपये दा है, पर रोगी है, वड्डी बज लगी हुई है, इस करके सतगुरु जी नूं कहंदा है कि दसो तुसी घोड़े की कीमत की दोगे। सतगुरु सच्चे पातशाह जी कहंदे ने 10,000 रुपये दे विच मैं घोड़ा खरीद लवांगा, 10 तेनों मंजूर है कि नहीं मंजूर। पारियो प्रा लबद इस जीवन जे है, करें इलाज अर्ज बच रहे। सतगुरु सच्चे पातशाह जी ने यह भी हुक्म किया है, कहंदे ने कि जेकर इस दी किस्मत दे विच बचना होया ते जिउंदा रहेगा, इलाज करांगे घोड़े दा, जेकर बच गया ना तां दे चुके हम दरबा, कहियो जितक लीजै निज सरबा। ते सतगुरु जी कहंदे ने जे घोड़ा राजी ना भी होया, फिर भी मानो कि तेरे पैसे ते तेनों 10,000 मिल ही जाणगे, इस करके मानो कि 10,000 रुपया लै लै और घोड़ा वेच दे। सुन काजी मन कीन विचार, प्राप्त हुए खट 4,000। सतगुरां दे वचन नूं सुन के फिर काजी ने मन दे विच विचार कीते, सोचदा है
ਪ੍ਰਾਪਤ ਹੋਇਆ ਖੱਟ 4000 ਕਿ ਹੁਣ ਤੇ ਮੰਨੋ ਕਿ 10,000 ਰੁਪਈਆ ਘੋੜੇ ਦਾ ਮਿਲਦਾ ਹੈ। ਤੇ ਜਿੰਨਾਂ ਦਿਨਾਂ ਦੀ ਇਹ ਕਥਾ ਹੈ ਉਦੋਂ 10,000 ਰੁਪਈਆ ਵੀ ਬਹੁਤ ਜ਼ਿਆਦਾ ਕੀਮਤ ਵਾਲਾ ਸੀ। ਸੋਚਿਆ ਕਿ 10,000 ਰੁਪਈਆ ਤੇ ਮੈਨੂੰ ਮਿਲਣ ਦੇ ਵਾਸਤੇ ਬਿਲਕੁਲ ਤਿਆਰ। ਬਚੇ ਨਾ ਘੋਰਾ ਰੋਗ ਦਬਾਇਓ, ਨਹੀਂ ਗੁਰੂ ਨੇ ਰੁੱਝ ਲੱਖ ਪਾਇਓ। ਮਨ ਦੇ ਵਿੱਚ ਸੋਚਿਆ ਕਾਜੀ ਨੇ ਕਿ ਮੈਨੂੰ ਲੱਗਦਾ ਹੈ ਕਿ ਘੋੜੇ ਨੂੰ ਐਸਾ ਰੋਗ ਨੇ ਦਬਾਇਆ ਹੋਇਆ ਹੈ ਕਿ ਘੋੜਾ ਬਚ ਨਹੀਂ ਸਕਦਾ। ਮੈਨੂੰ ਲੱਗਦਾ ਹੈ ਕਿ ਗੁਰੂ ਨੇ ਮਾਨੋ ਕਿ ਅਜੇ ਤੱਕ ਘੋੜੇ ਦੇ ਰੋਗ ਨੂੰ ਪਛਾਣਿਆ ਨਹੀਂ ਹੈ। ਬਾਦਸ਼ਾਹ ਇਲਾਜ ਕਰਾ ਕੇ ਥੱਕ ਗਿਆ, ਘੋੜਾ ਰਾਜ਼ੀ ਨਹੀਂ ਹੋਇਆ ਤੇ ਗੁਰੂ ਫਕੀਰ ਕਿੰਨਾ ਇਲਾਜ ਕਰਾ ਸਕੇਗਾ। ਮੈਨੂੰ ਲੱਗਦਾ ਹੈ ਕਿ ਘੋੜੇ ਨੇ ਤੇ ਬਚਣਾ ਨਹੀਂ ਹੈ, ਪਰ ਗੁਰੂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਕਿਹੜਾ ਰੋਗ ਹੈ ਔਰ ਇਹ ਰਾਜ਼ੀ ਨਹੀਂ ਹੋਣਾ। ਅਬ ਤੋ ਦਰਬ ਮਿਲਤ ਸਮੁਦਾਏ, ਮਰੇ ਤੁਰੰਗ ਨਾ ਕੁਛ ਕਰ ਪਾਏ। ਸੋਚਿਆ ਕਾਜੀ ਨੇ ਕਿ ਹੁਣ ਤੇ 10,000 ਰੁਪਈਆ ਮਿਲਦਾ ਤੇ ਜੇਕਰ ਘੋੜਾ ਮਰ ਗਿਆ, ਰਾਜ਼ੀ ਨਾ ਹੋਇਆ ਤੇ ਫੇਰ ਤੇ ਮਾਨੋ ਕਿ ਇੱਕ ਕੌਡੀ ਵੀ ਮੇਰੇ ਪੱਲੇ ਨਹੀਂ ਪੈਣੀ, ਸਗੋਂ ਖਰਚਾ ਲਾ ਪਵਾਂਗਾ। ਚੌਂ ਦਿਸ਼ ਤੇ ਤਨ ਗੁਰੂ ਨਕੇਤਾ, ਪੌਣੇ ਉਦਾਰ ਔਰ ਦੇਤ ਜੇਤਾ। ਸੋਚਿਆ ਕਾਜੀ ਨੇ ਕਿ ਚਾਰੇ ਦਿਸ਼ਾਵਾਂ ਦੇ ਵਿੱਚੋਂ ਗੁਰੂ ਦੇ ਘਰ ਦੇ ਵਿੱਚ ਬਹੁਤਾ ਸਾਰਾ ਧਨ ਸੰਗਤਾਂ ਦੇ ਵੱਲੋਂ ਅਰਪਣ ਹੁੰਦਾ ਹੈ। ਇਸ ਕਰਕੇ ਗੁਰੂ ਨੂੰ ਮਾਨੋ ਕਿ ਪੈਸਿਆਂ ਦੀ ਕੋਈ ਪਰਵਾਹ ਨਹੀਂ ਹੈ। ਔਰ ਇਸ ਤੋਂ ਇਲਾਵਾ ਇਹ ਵੀ ਸੁਣਿਆ ਕਿ ਵੱਡਾ ਖੁੱਲ ਦਿਲਾ ਹੈ, ਇਸ ਕਰਕੇ ਇਹਨੇ ਝੱਟ ਹੀ ਕਹਿ ਦਿੱਤਾ ਹੈ ਕਿ ਰੋਗੀ ਘੋੜੇ ਨੂੰ ਮੈਂ 10,000 ਦੇ ਵਿੱਚ ਖਰੀਦ ਲਵਾਂਗਾ। ਕਿਤਕ ਸਮੇਂ ਹੋਏ ਮੌਨ ਵਿਚਾਰਾ, ਬਾਜ਼ ਗੁਰੂ ਜੀ ਲੈ ਹੋਇ ਉਚਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਥੋੜਾ ਚਿਰ ਵਿਚਾਰਨ ਤੋਂ ਬਾਅਦ ਫਿਰ ਇੱਕਦਮ ਮੌਨ ਨੂੰ ਛੱਡਿਆ ਹੈ, ਚੁੱਪੀ ਨੂੰ ਤੋੜਿਆ ਹੈ ਤੇ ਕਹਿੰਦਾ ਬਾਜ਼ ਗੁਰੂ ਜੀ ਲੈ ਹੋ ਉਚਾਰਾ। ਕਹਿੰਦਾ ਸੱਚੇ ਪਾਤਸ਼ਾਹ ਘੋੜਾ ਲੈ ਲਓ, ਮੈਂ ਵੇਚਣ ਦੇ ਵਾਸਤੇ ਤਿਆਰ ਹਾਂ। ਬਾਕ ਨਾ ਮੋਰੈ ਤੁਮ ਸਮ ਪੀਰ, ਚੜੋ ਆਪ ਪਰ ਹਰ ਰੁਝ ਪੀਰ। ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਵੱਡੇ ਪੀਰ ਹੋ, ਇਸ ਕਰਕੇ ਤੁਹਾਡੇ ਬਚਨ ਨੂੰ ਮੈਂ ਮੋੜ ਨਹੀਂ ਸਕਦਾ, ਤੁਸੀਂ ਘੋੜੇ ਨੂੰ ਖਰੀਦ ਲਓ। ਜੇਕਰ ਤੁਸੀਂ ਇਸ ਦੀ ਪੀੜਾ ਨੂੰ ਦੂਰ ਕਰ ਲੋਗੇ, ਆਰੋਗ ਕਰ ਲੋਗੇ, ਤੇ ਫਿਰ ਤੁਹਾਨੂੰ ਅਸਵਾਰੀ ਕਰਨ ਦਾ ਵੀ ਸੁਭਾਗ ਮਿਲੇਗਾ। ਨਿਕ ਸਾਵੋ ਤਨ ਦੀਜੈ ਸੋਈ, ਜੇ ਤੱਕ ਕਹਿਓ ਆਪ ਖੁਸ਼ ਹੋਈ। ਕਾਜ਼ੀ ਕਹਿੰਦਾ ਹੈ ਕਿ ਜਿੰਨਾ ਖੁਸ਼ ਹੋ ਕੇ ਤੁਸੀਂ ਧਨ ਕਹਿ ਦਿੱਤਾ ਹੈ, ਭਾਵ ਕਿ 10,000 ਰੁਪਈਆ, ਹੁਣ 10,000 ਰੁਪਈਆ ਮੈਨੂੰ ਦੇ ਦਿਓ, ਮੈਂ ਕੋਈ ਵੀ ਵੱਧ ਮੰਗ ਨਹੀਂ ਕਰਦਾ ਤੇ ਘੋੜੇ ਨੂੰ ਸਾਂਭ ਲਓ। ਸ੍ਰੀ ਗੁਰ ਹਰਿ ਗੋਬਿੰਦ ਕਹਿਓ ਸੁਨਾਏ, ਜੋ ਅਬ ਕੇ ਸੰਗਤ ਧਨ ਲਿਆਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਾਜ਼ੀ ਨੂੰ ਕਹਿੰਦੇ ਨੇ ਕਿ ਧਨ ਤੇ 10,000 ਰੁਪਈਆ ਦੇ ਦੇਵਾਂਗੇ, ਪਰ ਸਤਿਗੁਰੂ ਜੀ ਕਹਿੰਦੇ ਨੇ ਅਜੇ ਧਨ ਤੇ ਮੇਰੇ ਕੋਲ ਮੌਜੂਦ ਨਹੀਂ ਹੈ। ਗੁਰੂ ਜੀ ਕਹਿੰਦੇ ਨੇ ਕਿ ਸੰਗਤ ਆਵੇਗੀ, ਉਹ ਧਨ ਨੂੰ ਲੈ ਕੇ ਨਾਲ ਆਵੇਗੀ। ਕਹਿੰਦੇ ਨੇ ਪੂਰਬ ਸਗਰੋ ਦੇ ਕਰ ਤੋਰਾ, ਬਹੁਰੋ ਲਾਏ ਕਾਜ ਜੇ ਔਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਸੰਗਤ ਆਵੇਗੀ, ਧਨ ਦੀ ਭੇਟਾ ਲੈ ਕੇ ਆਵੇਗੀ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਤੇਰਾ 10,000 ਰੁਪਈਆ ਅਸੀਂ ਚੁਕਤਾ ਕਰਾਂਗੇ, ਅਦਾ ਕਰਾਂਗੇ। ਉਸ ਤੋਂ ਬਾਅਦ ਹੀ ਜਿਹੜੇ ਪੈਸੇ ਨੇ ਨਾ ਉਹਨਾਂ ਨੂੰ ਕਿਸੇ ਹੋਰ ਕੰਮ ਦੇ ਉੱਤੇ ਲਾਵਾਂਗੇ। ਇਸ ਤਰ੍ਹਾਂ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਾਜ਼ੀ ਨੂੰ ਆਖਿਆ, ਕੋੜਾ ਗੁਰਾਂ ਦੇ ਤਾਈ ਪਸੰਦ ਆਇਆ, ਨਾਲੇ ਸਿੱਖ ਦਾ ਸਿਦਕ ਵਿਚਾਰ ਪਾਈ, ਜਾਂਦੇ ਕਾਜ਼ੀ ਦੇ ਤਾਈ ਠਹਿਰਾ ਲਿਆ, ਕਿੱਥੋਂ ਲਿਆਇਆ ਇਹੋ ਕੋੜਾ ਬਿਮਾਰ ਕਾਜ਼ੀ। ਕਾਜ਼ੀ ਦੱਸਿਆ ਫੋਲ ਕੇ ਹਾਲ ਸਾਰਾ, ਵੇਚ ਦੇਹੋ ਕਹਿ ਗੁਰੂ ਅਵਤਾਰ ਪਾਈ। ਕਾਜ਼ੀ ਆਖਦਾ ਇਸ ਦਾ ਮੁੱਲ ਬਹੁਤਾ, ਅੱਜ ਕੌਣ ਹੈ ਦੇਵਣੇ ਹਾਰ ਪਾਈ। ਰਾਜ਼ੀ ਹੋਏਗਾ ਲੈ ਕੇ ਮੁੱਲ ਪੂਰਾ, ਫੇਰ ਵੇਚਾਂਗੇ ਸਮੇਂ ਅਨੁਸਾਰ ਪਾਈ। ਮੋੜ ਘੇੜ ਕਰ ਅੰਤ ਠਹਿਰਾਏ ਲਿਆ, ਮੁੱਲ ਚੁੱਕਿਆ 10,000 ਪਾਈ। ਘੋੜਾ ਵਿੱਚ ਤਬੇਲੇ ਬਣਾਏ ਦਿੱਤਾ, ਘੋੜਾ ਵਿੱਚ ਤਬੇਲੇ ਬਣਾਏ ਦਿੱਤਾ, ਸਤਿਗੁਰ ਨੇ ਕਹਿਆ ਉਚਾਰ ਪਾਈ। ਲੈ ਜਾਵਣਾ
ਮੁੱਲ ਕਰਤਾਰ ਸਿੰਘਾ ਜ਼ਰਾ ਠਹਿਰ ਜਾਵੋ ਦਿਨ ਚਾਰ ਪਾਈ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਨੇ ਕਾਜ਼ੀ ਨੂੰ ਆਖਿਆ ਕਿ ਕਾਜ਼ੀ ਸਾਹਿਬ 10,000 ਰੁਪਈਆ ਦੇ ਦੇਵਾਂਗੇ, ਪਰ 2-4 ਦਿਨ ਖਲੋ ਜਾਓ, ਸੰਗਤ ਆਉਣ ਵਾਲੀ ਹੈ। ਜਦੋਂ ਸੰਗਤ ਲਿਆ ਕੇ ਭੇਟਾ ਅਰਪਣ ਕਰੇਗੀ ਤੇ ਅਸੀਂ ਤੁਹਾਡਾ ਪੈਸਾ ਚੁਕਤਾ ਕਰ ਦਿਆਂਗੇ। ਸਰਬ ਦਰਬ ਕੋ ਘਰ ਮੈਂ ਜਾਨ, ਇਸ ਹਿਤ ਕੋਏ ਨਾ ਸੰਸੈ ਠਾਨ। ਕਵੀ ਜੀ ਲਿਖਦੇ ਨੇ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਤੇ ਕਾਜੀ ਦੇ ਮਨ ਦੇ ਵਿੱਚ ਥੋੜੀ ਚਿੰਤਾ ਵੱਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਾਜੀ ਸਾਹਿਬ ਕਿਉਂ ਚਿੰਤਾ ਕਰਦੇ ਹੋ? ਮਾਨੋ ਕਿ ਸਮਝ ਲਓ ਧਨ ਤੇ ਤੁਹਾਡੇ ਘਰ ਦੇ ਵਿੱਚ ਪਹੁੰਚ ਹੀ ਗਿਆ, ਤੁਸੀਂ ਸੰਸਾ ਨਾ ਕਰੋ, ਸ਼ੱਕ ਨਾ ਕਰੋ। ਕਹਿੰਦੇ ਨੇ ਤੁਰਤ ਆਏ ਬਿਤੈ ਨਾ ਚਿਰਕਾਲ, ਅਰਪੈ ਸਿੱਖ ਸੋ ਲੈ ਹੋ ਸੰਭਾਲ। ਸਤਿਗੁਰੂ ਜੀ ਕਹਿੰਦੇ ਨੇ ਦੇਰੀ ਨਹੀਂ ਲੱਗੇਗੀ, ਛੇਤੀ ਹੀ ਆ ਜਾਵੇਗਾ, ਬਹੁਤਾ ਉਡੀਕਣਾ ਨਹੀਂ ਪਵੇਗਾ। ਸਿੱਖ ਆਣ ਕੇ ਧਨ ਅਰਪਣ ਕਰਨਗੇ, ਅਸੀਂ ਤੁਹਾਨੂੰ ਧਨ ਦੇ ਦਿਆਂਗੇ ਤੇ ਤੁਸੀਂ ਧਨ ਨੂੰ ਸਾਂਭ ਲਿਓ। ਰਹਿਣ ਇਕੱਤਰ ਏਕ ਪੁਰ ਮਾਹੀ, ਮੇਲ ਨਿਤਾ ਪ੍ਰਤੀ ਹਮ ਮਗ ਮਾਹੀ। ਇਸ ਤੋਂ ਇਲਾਵਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਕਾਜੀ ਜੀ ਮੈਂ ਵੀ ਲਾਹੌਰ ਦੇ ਵਿੱਚ ਰਹਿਣਾ ਹਾਂ ਔਰ ਤੁਸੀਂ ਵੀ ਲਾਹੌਰ ਦੇ ਵਿੱਚ ਰਹਿੰਦੇ ਹੋ। ਮਾਨੋ ਕਿ ਇੱਕੇ ਹੀ ਪੁਰੀ ਦੇ ਵਿੱਚ ਸਾਡਾ ਡੇਰਾ ਹੈ, ਇਸ ਕਰਕੇ ਮਾਨੋ ਕਿ ਰਸਤੇ ਦੇ ਵਿੱਚ ਸਾਡਾ ਡੇਰਾ ਪੈਂਦਾ ਹੈ। ਤੂੰ ਤੇ ਰੋਜ਼ ਹੀ ਬਾਦਸ਼ਾਹ ਦੇ ਕੋਲ ਜਾਣਾ ਹੈ, ਇਸ ਕਰਕੇ ਮਾਨੋ ਕਿ ਮੇਲ ਤੇ ਆਪਣਾ ਨਿੱਤਾ ਪ੍ਰਤੀ ਬਣਿਆ ਹੀ ਰਹੇਗਾ। ਚਿੰਤਾ ਨਾ ਕਰੋ, ਅਸੀਂ ਤੁਹਾਡੇ ਪੈਸੇ ਰੱਖਦੇ ਨੇ, ਦੇ ਦੇਵਾਂਗੇ। ਸੁਣ ਕਾਜ਼ੀ ਪੁਣ ਬਾਕ ਬਖਾਨਾ, ਨਹੀਂ ਅਟਕੋ ਮੈਂ ਸਮੋ ਮਹਾਨਾ। ਥੋੜਾ ਜਿਹਾ ਮਨ ਦੇ ਵਿੱਚ ਧੀਰਜ ਵੱਜਾ ਤੇ ਕਾਜ਼ੀ ਕਹਿੰਦਾ ਹੈ ਕਿ ਜ਼ਿਆਦਾ ਦੇਰ ਮੈਂ ਨਹੀਂ ਟਿਕਾਂਗਾ, ਜੇਕਰ ਤੁਸੀਂ ਥੋੜੇ ਦਿਨ ਕਹਿੰਦੇ ਹੋ ਤੇ ਮੈਂ ਉਡੀਕ ਕਰ ਲੈਂਦਾ। ਹੋਰ ਤਾਰ ਫਿਕਰ ਦਰਬ ਜੋ ਦੈ ਹੋ, ਪਿਖੋ ਭਲੇ ਰੋਜ ਜੁਤ ਅਸ ਲੈ ਹੋ। ਕਹਿੰਦਾ ਕਿ ਫਿਕਰ ਦੇ ਨਾਲ ਭਾਵ ਕੇ ਯਾਦ ਰੱਖ ਕੇ ਮੇਰੇ ਧਨ ਨੂੰ ਜ਼ਰੂਰ ਅਦਾ ਕਰ ਦਿਓ। ਔਰ ਇਸ ਤੋਂ ਇਲਾਵਾ ਕਾਜੀ ਨੇ ਇਹ ਵੀ ਆਖਿਆ, ਕਹਿੰਦਾ ਪਿਖੋ ਭਲੇ ਰੋਜ ਜੁਤ ਅਸ ਲੈ ਹੋ, ਭਾਵ ਕੇ ਚੰਗੀ ਤਰ੍ਹਾਂ ਹੁਣ ਵਿਚਾਰ ਕਰ ਲਓ, ਦੇਖ ਲਓ। ਮਾਨੋ ਕਿ ਤੁਸੀਂ ਘੋੜਾ ਰੋਗੀ ਲੈ ਰਹੇ ਹੋ, ਬਾਅਦ ਦੇ ਵਿੱਚ ਕੋਈ ਮਾਨੋ ਕਿ ਵਿਪਤਾ ਖੜੀ ਨਾ ਕਰਿਓ। ਹੁਣ ਤੁਸੀਂ ਵਿਚਾਰ ਲਓ ਕਿ ਤੁਸੀਂ ਇੱਕ ਰੋਗੀ ਘੋੜੇ ਨੂੰ ਲੈ ਰਹੇ ਹੋ ਜਿਹਦੀ ਬਚਣ ਦੀ ਕੋਈ ਉਮੀਦ ਨਹੀਂ। ਕਹਿੰਦਾ ਫਿਰੇ ਨਾ ਫੇਰ ਤੁਰੰਗ ਕੋ ਸੌਦਾ, ਦੈ ਕੇ ਸ਼ੋਕ ਕਿਦੋਂ ਦੇ ਮੋਦਾ। ਕਹਿੰਦਾ ਕਿ ਹੁਣ ਜਿਹੜਾ ਸੌਦਾ ਹੋ ਗਿਆ ਹੈ ਇਹ ਮੁੜੇਗਾ ਨਹੀਂ। ਮਾਨੋ ਕਿ ਭਾਵੇਂ ਤੁਹਾਨੂੰ ਖੁਸ਼ ਕਰ ਦੇਵੇ ਘੋੜਾ ਰਾਜ਼ੀ ਹੋ ਕੇ ਤੇ ਜਾਂ ਮਰ ਕੇ ਗਮ ਦੇ ਜਾਵੇ, ਇਹਦਾ ਹੁਣ ਨਫਾ ਤੇ ਨੁਕਸਾਨ ਤੁਹਾਨੂੰ ਹੈ। ਇਹ ਤੁਰੰਗ ਦਾ ਜਿਹੜਾ ਘੋੜੇ ਦਾ ਸੌਦਾ ਹੋ ਗਿਆ ਹੈ ਨਾ, ਇਹ ਵਾਪਸ ਨਹੀਂ ਹੋਵੇਗਾ। ਸੁਣ ਗੁਰ ਭਾਣਿਓ ਨਾ ਬਾਣੇ ਅਣਜਾਨ, ਇਹ ਨਹੀਂ ਭਲੇ ਪੁਰਖ ਕੀ ਬਾਣ। ਜਦੋਂ ਕਾਜ਼ੀ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਕਾਜੀ ਅਣਜਾਣਾ ਵਾਲੀਆਂ ਗੱਲਾਂ ਨਾ ਕਰ। ਜਿਹੜੇ ਭਲੇ ਪੁਰਖ ਇੱਕ ਵਾਰੀ ਬਚਨ ਕਰ ਦਿੰਦੇ ਨੇ ਉਸ ਬਚਨ ਤੋਂ ਨਹੀਂ ਫਿਰਦੇ। ਮਾਨੋ ਕਿ ਮੈਂ ਜੇਕਰ ਤੈਨੂੰ 10,000 ਰੁਪਈਆ ਦੇ ਕੇ ਘੋੜਾ ਖਰੀਦਿਆ ਤੇ 10,000 ਰੁਪਈਆ ਜ਼ਰੂਰ ਦਵਾਂਗਾ, ਮੁਕਰਾਂਗਾ ਨਹੀਂ। ਕਹਿਣ ਬਾਕ ਕਰ ਪੁੰਨ ਫਿਰ ਜਾਣਾ, ਕਰੇ ਜੇ ਨਰ ਦੇ ਦੋਜ਼ਖ ਜਾਣਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਾਨੋ ਜਿਹੜੇ ਬਚਨ ਕਰਕੇ ਫਿਰ ਉਸ ਬਚਨ ਤੋਂ ਫਿਰ ਜਾਂਦੇ ਨੇ, ਮਾਨੋ ਕਿ ਐਸੇ ਜਿਹੜੇ ਪੁਰਸ਼ ਨੇ ਨਾ ਉਹ ਤੇ ਦੋਜ਼ਖਾਂ ਦੇ ਵਿੱਚ ਸੁੱਟੇ ਜਾਂਦੇ ਨੇ। ਸਾਡੀ ਜ਼ੁਬਾਨ ਹੈ, ਅਸੀਂ ਕਹਿ ਚੁੱਕੇ ਹਾਂ 10,000 ਰੁਪਈਆ ਦਵਾਂਗੇ, ਇਸ ਕਰਕੇ ਜ਼ਰੂਰ ਦਵਾਂਗੇ ਔਰ ਸੌਦਾ ਵਾਪਸ ਨਹੀਂ ਕਰਾਂਗੇ। ਇਸ ਤਰ੍ਹਾਂ ਸਤਿਗੁਰਾਂ ਨੇ ਆਖਿਆ। ਸੁਣ ਕਾਜ਼ੀ ਕਾਗਦ ਲਿਖਵਾਇਓ, ਦਰਬ ਕਰਜ਼ ਇਹ ਤੋ ਠਹਿਰਾਇਓ। ਪਰ ਕਾਜੀ ਪੂਰਾ ਪੱਕਾ ਸੀ, ਉਹ ਕਹਿਣ ਲੱਗਾ ਜੀ ਗੱਲ ਤੇ ਠੀਕ ਹੈ, ਪਰ ਜੇਕਰ ਫੇਰ ਵੀ ਲਿਖਤ ਪੜਤ ਹੋ ਜਾਵੇ ਤੇ ਚੰਗੀ ਰਹਿੰਦੀ। ਕਾਜੀ ਕਹਿੰਦਾ ਜੀ ਲਿਖ ਕੇ ਦੇ ਦਿਓ ਕਿ 10,000 ਰੁਪਈਆ ਸਾਡੇ ਸਿਰ ਦੇ ਉੱਤੇ ਕਾਜੀ ਦਾ ਕਰਜ਼ਾ ਹੈ। ਲੈਨ ਹਾਰ ਮੈਂ ਗੁਰ ਤੇ ਰਹਿਓ, 10,000 ਅਸ ਮੋਲ ਜੇ ਕਹਿਓ। ਇੱਕ ਕਾਗਜ਼ ਦੇ ਉੱਤੇ ਲਿਖਿਆ ਗਿਆ ਹੈ ਕਿ ਗੁਰੂ ਤੋਂ ਮੈਂ 10,000 ਰੁਪਈਆ ਲੈਣਾ ਹੈ, ਮੈਂ ਇਹਨਾਂ ਨੂੰ ਘੋੜਾ ਪਹਿਲਾਂ ਹੀ ਦੇ ਦਿੱਤਾ ਹੈ। ਬਹੁਤ ਕਰਾਈ ਸਹਿਤ ਲਿਖਾਏ, ਅਪਰਨ ਕੇਰ ਉਗਾਹੀ ਪਾਏ।
कवि जी लिखते ने कि बड़ी तकड़ाई दे नाल कागज लिखिया गया है, मानो कि बहुते सारे मनुखा दियां गवाहियां भी पाइया कि असीं इस गल दे गवाह हां कि गुरु ने घोड़ा पहला लिया है और 10,000 रुपया देना है बाद दे विच। कोरा दियो गुरु के पास, ले कागज सो गयो आवास। ग्रंथाकार भाई संतोख सिंह जी लिखते ने घोड़ा गुरु जी नूं दे दिता और उस कागज लिखत वाले नूं लैके अपने घर चला गया। सतगुर लाए तुरंग तबेले, रेशम दाम तिसी के मेले। सतगुरु हरगोबिंद सच्चे पातशाह जी ने सिख नूं हुक्म कीता कि घोड़े नूं तबेले दे विच जाके बन दिओ। कवि जी लिखते ने कि रेशम दे रस्से दे नाल घोड़े नूं बन्निया गया। कुछ औखद कर दीन मसाला, भयो सबन मैं हरख बिसाला। थोड़ी जी औषधि मानो के मसाले दे विच मिला के दिती गई है। उस वेले कवि जी लिखते ने कि सारे सिखां दे मन दे विच बहुता ही ज्यादा खुशी पैदा हुई है, क्योंकि सारे जानते ने कि सतगुरु सच्चे पातशाह जी दे चरनां दे विच घोड़ा पहुंचना सी पर नहीं पहुंच सकिया, पर सतगुरु सच्चे पातशाह जी ने कृपा करके उस घोड़े नूं हासिल कर लिया। इस जगह दे उत्ते कवि जी ने अपने अध्याय की समाप्ति की है। नवें अगले अध्याय का प्रारंभ करते हैं। अगले दिन सतगुरु गए, सुंदर अंग तुरंग, करियो बिलोकन सकल को, कर फेरियो हित संग। दूसरे ही दिन सतगुरु सच्चे पातशाह जी तबेले दे विच पहुंचे ने। उस सुंदर घोड़े दे अंगां नूं जाके देखिया है। सतगुरु सच्चे पातशाह जी ने प्यार दे नाल हित दे नाल घोड़े दी कंड दे उत्ते अपना पवित्र हस्त कमल फेरिया। फुरकावत कोरा हर खायो, सने सने निज पाव टिकायो। जदों ही सतगुरां ने अपना हस्त कमल फेरिया घोड़े दी कंड दे उत्ते, कवि जी लिखते ने कि फराटा मार के घोड़ा हिनकिया है, मानो के खुश होया है, और हौली हौली ਉਹ ਜਿਹੜਾ पैर जिन्हों के धरती ते रखदा नहीं सी, दर्द मनाउंदा सी, ਉਹ चौथा पैर उसने हौली हौली धरती दे उत्ते टिका लिया। दिन तीनक मैं रोज पर हरियो, तृण समुदाय रोदाना चरियो। इसे तरीके दे नाल करदियां करदियां कवि जी लिखते ने कि 2-3 दिनां दे विच सारे दा सारा रोग दूर हो गया। दाना भी खाण लग पिया है और मानो के पानी भी पीण लग पिया है, बिल्कुल अरोग हो गया। दिन प्रति बलि पुष्ट सब अंग, पायो प्रथम सम तबे तुरंग। दिन प्रति दिन बलि हुंदा गया, ताकत वाला हुंदा गया, सारे दे सारे अंग रिष्ट पुष्ट हो गए ने। पायो प्रथम सम तबे तुरंग। कवि जी लिखते ने कि जिस तरह का पहला घोड़ा सी ना, उसे तरह का घोड़ा फिर अरोग हो गया। सतगुर स्वर्ण जीन पवायो, हीरन जड़ती गण दम कायो। ग्रंथाकार भाई संतोख सिंह जी लिखते ने फिर सतगुरु हरगोबिंद सच्चे पातशाह जी ने सोने की काठी उस घोड़े दे उत्ते पवाई है, जिस काठी दे विच बहुते सारे हीरे भी जड़े हुए ने, मानो के बहुत ज्यादा दमक है उस काठी दी। वस्त्र शस्त्र पहरन कर तन में, भये अरूढ़ गुरु तिस छिन में। सतगुरां ने चंगे सोने शस्त्र ते वस्त्र पहने ने, मानो के फिर सतगुरु सच्चे पातशाह जी उसे वेले घोड़े दे उत्ते असवार हो गए। पायो तुंद हरखत फुरकावै, सने सने अस फांद तजावै। उसे वेले घोड़ा तेज होया है, खुशी दे नाल उसने फराटा मारिया है और हिणकिया है। सतगुरां ने असवारी कीती है ते मानो के चुंगियां भरदा होया, छाला मारदा होया घोड़ा दौड़दा जा रहा। गए वहर को फेरियो थोरा, माने अनुसार चलत मग घोरा। सतगुरु जी बाहर लै गए ने घोड़े नूं, थोड़ा बहुता फेरिया है ते सतगुरु सच्चे पातशाह जी फिर वापस आ गए ने। कवि जी लिखते ने माने अनुसार चलत मग घोरा। घोड़ा इन्ना ज्यादा सियाणा है कि असवार दी मानो के मन की हालत नूं जानदा है, जिस तरह उहदे मन दे विच आउंदा है उसे तरीके दे नाल चलदा है। शारत हाथ पाम की करे,
ਨਟ ਸਮ ਨਿਤ ਗਨ ਪਾਇਨ ਧਰੇ। ਮਾਨੋ ਕਿ ਆਪਣੇ ਅਗਲੀਆਂ ਪੌੜਾਂ ਦੀ ਤੇ ਪਿਛਲੀਆਂ ਪੌੜਾਂ ਦੀ ਮਾਨੋ ਕਿ ਸ਼ਾਰਤ ਦਿਖਾਉਂਦਾ ਹੈ। ਮਾਨੋ ਕਿ ਬਾਜ਼ੀਗਰਾਂ ਦੇ ਵਾਂਗ, ਮਾਨੋ ਕਿ ਨਟਾਂ ਦੇ ਵਾਂਗ ਇਹ ਆਪਣੇ ਜਿਹੜੇ ਪੈਰ ਨੇ ਨਾ ਉਹਨਾਂ ਨੂੰ ਗਿਣ ਗਿਣ ਕੇ ਮਿਥ ਮਿਥ ਕੇ ਰੱਖਦਾ। ਸਤਿਗੁਰ ਚੜ ਪ੍ਰਸੰਨ ਅਤ ਹੋਏ, ਸਿੱਖ ਕਾਬਲੀ ਥਿਰ ਹੋਏ ਜੋਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਘੋੜੇ ਦੀ ਸਵਾਰੀ ਕਰਕੇ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ। ਤੇ ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਜਿਹੜਾ ਸਿੱਖ ਕਾਬਲ ਵਾਲਾ ਘੋੜਾ ਲੈ ਕੇ ਆਇਆ ਸੀ ਉਹ ਵੀ ਹੁਣ ਬਹੁਤ ਹੀ ਜ਼ਿਆਦਾ ਪ੍ਰਸੰਨ। ਹਾਥ ਜੋਰ ਚਰਨਨ ਪਰ ਪਰਿਓ, ਮੋਰ ਮਨੋਰਥ ਪੂਰਨ ਕਰਿਓ। ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਹੈ। ਸਿੱਖ ਕਹਿੰਦਾ ਸੱਚੇ ਪਾਤਸ਼ਾਹ ਅੱਜ ਮੇਰੇ ਮਨ ਦਾ ਜਿਹੜਾ ਮਨੋਰਥ ਹੈ ਨਾ ਉਹ ਕਿਰਪਾ ਕਰਕੇ ਤੁਸੀਂ ਪੂਰਾ ਕਰ ਦਿੱਤਾ ਹੈ। ਕਿਉਂਕਿ ਪਿੱਛੇ ਇਤਿਹਾਸ ਦੇ ਵਿੱਚ ਇਹ ਬਚਨ ਆਇਆ ਸੀ ਕਿ ਸਿੱਖ ਨੇ ਅਰਜ਼ ਕੀਤੀ ਸੀ ਸੱਚੇ ਪਾਤਸ਼ਾਹ ਮੈਂ ਉਸ ਘੋੜੇ ਦੀ ਸਵਾਰੀ ਕਰਦਾ ਤੁਹਾਨੂੰ ਵੇਖਣਾ ਚਾਹੁੰਦਾ, ਤਾਂ ਮੇਰੀ ਮਨ ਦੀ ਆਸ ਪੂਰੀ ਹੋਵੇਗੀ। ਕਹਿੰਦਾ ਕਿ ਹੁਣ ਤੁਸੀਂ ਮੇਰੀ ਮਨ ਦੀ ਆਸ ਨੂੰ ਪੂਰੀਆਂ ਕਰ ਦਿੱਤਾ। ਹਿਰਦੈ ਪਾਵਨੀ ਜਿਮ ਕਰ ਲਿਆਇਓ, ਨਿਜ ਨੇਤਰਣ ਸੋ ਤਿਮ ਦ੍ਰਿਸ਼ ਟਾਇਓ। ਸਿੱਖ ਨੇ ਅਰਜ਼ ਕੀਤੀ ਕਿ ਜਿਹੜੀ ਭਾਵਨਾ ਮਨ ਦੇ ਵਿੱਚ ਮੈਂ ਧਾਰਨ ਕਰਕੇ ਲਿਆਇਆ ਸੀ ਕਿ ਗੁਰੂ ਜੀ ਘੋੜੇ ਦੀ ਸਵਾਰੀ ਕਰਨਗੇ, ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਾਂਗਾ, ਸੱਚੇ ਪਾਤਸ਼ਾਹ ਉਹ ਭਾਵਨਾ ਅੱਜ ਤੁਸੀਂ ਪੂਰੀ ਕਰ ਦਿੱਤੀ ਹੈ ਕਿਉਂਕਿ ਤੁਹਾਨੂੰ ਘੋੜੇ ਦੀ ਸਵਾਰੀ ਕਰਦਿਆਂ ਮੈਂ ਵੇਖ ਲਿਆ। ਕਰੋ ਖੁਸ਼ੀ ਗਮਨੋ ਨਿਜ ਪੁਰ ਕੋ, ਉਪਜੀ ਸ਼ਾਂਤ ਮਹਾ ਸੁਖ ਵਰ ਕੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਖੁਸ਼ੀ ਦੇ ਨਾਲ ਤੂੰ ਆਪਣੀ ਪੁਰੀ ਨੂੰ, ਆਪਣੀ ਨਗਰੀ ਨੂੰ ਵਾਪਸ ਚਲਿਆ ਜਾ। ਉਪਜੀ ਸ਼ਾਂਤ ਮਹਾ ਔਰ ਸੁਖ ਕੋ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਤੇ ਕਵੀ ਜੀ ਲਿਖਦੇ ਨੇ ਮਨ ਦੇ ਵਿੱਚ ਸ਼ਾਂਤੀ ਪੈਦਾ ਹੋਈ ਹੈ ਔਰ ਹਿਰਦੇ ਨੂੰ ਸਿੱਖ ਦੇ ਸੁਖ ਆ ਗਿਆ। ਸਿੱਖ ਕੀ ਸ਼ਰਦਾ ਅਰ ਪਿਖ ਪ੍ਰੇਮ, ਸ੍ਰੀ ਹਰਿ ਗੋਬਿੰਦ ਬਖਸ਼ੀ ਛੇਮ। ਕਵੀ ਜੀ ਲਿਖਦੇ ਨੇ ਕਿ ਸਿੱਖ ਦੀ ਸ਼ਰਧਾ ਨੂੰ ਤੇ ਸਿੱਖ ਦੀ ਪ੍ਰੇਮ ਭਾਵਨਾ ਨੂੰ ਦੇਖ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਮਾਨੋ ਕਿ ਮੋਕਸ਼ ਪਦਵੀ ਦਾ ਅਧਿਕਾਰੀ ਉਸ ਨੂੰ ਬਣਾ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਭਇਓ ਨਿਹਾਲ ਭਣਿਓ ਸ੍ਰੀ ਮੁਖ ਤੇ, ਛੂਟਿਓ ਜਨਮ ਮਰਨ ਕੇ ਦੁੱਖ ਤੇ। ਸਤਿਗੁਰਾਂ ਨੇ ਬਚਨ ਕੀਤਾ ਤੂੰ ਨਿਹਾਲ ਹੋ ਗਿਆ ਹੈ, ਤੂੰ ਕਿਰਤਾਰਥ ਹੋ ਗਿਆ ਹੈ। ਇਸ ਤਰ੍ਹਾਂ ਦਾ ਬਚਨ ਕੀਤਾ, ਛੂਟਿਓ ਜਨਮ ਮਰਨ ਕੇ ਦੁੱਖ ਤੋਂ, ਹੇ ਭਾਈ ਸਿੱਖਾ ਤੂੰ ਜੰਮਣ ਤੇ ਮਰਨ ਦੇ ਦੁੱਖ ਤੋਂ ਹੁਣ ਛੁੱਟ ਗਿਆ ਹੈ। ਇਸ ਤਰ੍ਹਾਂ ਸਤਿਗੁਰਾਂ ਨੇ ਉਸ ਸਿੱਖ ਨੂੰ ਵਰਦਾਨ ਦਿੱਤਾ। ਹਿਰਦੈ ਪ੍ਰਕਾਸ਼ ਪਾਇਓ ਸੁਖ ਪਾਇਓ, ਪਾਵਨ ਪਾਦ ਪਦਮ ਲਪਟਾਇਓ। ਕਵੀ ਜੀ ਲਿਖਦੇ ਨੇ ਉਸੇ ਵੇਲੇ ਮਾਨੋ ਕਿ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ, ਸੁਖ ਮਿਲ ਗਿਆ। ਪਾਵਨ ਪਾਦ ਪਦਮ ਲਪਟਾਇਓ, ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਦੇ ਨਾਲ ਉਹ ਸਿੱਖ ਲਿਪਟਿਆ। ਹਿਰਦੇ ਆਨੰਦ ਹੋਏ ਮਾਰਗ ਚਾਲਾ, ਲੇਵ ਲਾਗੀ ਵਾਹਿਗੁਰੂ ਬਿਸਾਲਾ। ਹਿਰਦੇ ਦੇ ਵਿੱਚ ਆਨੰਦ ਆ ਗਿਆ ਹੈ, ਖੁਸ਼ੀ ਦੇ ਨਾਲ ਆਪਣੇ ਘਰ ਦੇ ਵੱਲ ਚੱਲ ਪਿਆ ਹੈ। ਕਵੀ ਜੀ ਲਿਖਦੇ ਨੇ ਲਿਵ ਲਾਗੀ ਵਾਹਿਗੁਰੂ ਬਿਸਾਲਾ। ਵਾਹਿਗੁਰੂ ਨਾਮ ਦੇ ਨਾਲ ਜਿਹੜੀ ਸੁਰਤੀ ਹੈ ਨਾ ਉਹ ਜੁੜ ਗਈ ਹੈ। ਇਹੀ ਜਿਹੜਾ ਵਾਹਿਗੁਰੂ ਨਾਮ ਹੈ ਇਹੀ ਸਤਿਗੁਰਾਂ ਦਾ ਉਪਦੇਸ਼ ਹੈ ਜਿਹਨੂੰ ਤੁਸੀਂ ਜਪ ਰਹੇ ਹੋ। ਰਸਨਾ ਕਰਕੇ ਇਸ ਪਵਿੱਤਰ ਨਾਮ ਦਾ ਜਾਪ ਕਰੋ ਔਰ ਸ਼ਰਵਣਾ ਕਰਕੇ ਇਸ ਹੋਰੀ ਗੁਰੂ ਦੇ ਇਤਿਹਾਸ ਦੀ ਕਥਾ ਨੂੰ ਸ਼ਰਵਣ ਕਰੋ। ਗਇਓ ਆਪਣੇ ਗ੍ਰਹਿ ਹਰ ਖਾਇਓ, ਅੰਤ ਸਮੇਂ ਸ਼ੁਭ ਪਦ ਕੋ ਪਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬੜੇ ਆਨੰਦ ਦੇ ਨਾਲ ਆਪਣੇ ਘਰ ਦੇ ਵਿੱਚ ਚਲਿਆ ਗਿਆ ਹੈ। ਜਿੰਨਾ ਚਿਰ ਜਿਉਂਦਾ ਰਿਹਾ ਉਹਨਾਂ ਚਿਰ ਨਾਮ ਦਾ ਜਾਪ ਕਰਦਾ ਰਿਹਾ। ਅਖੀਰਲੇ ਵੇਲੇ ਮਾਨੋ ਕਿ ਚੰਗੀ ਉੱਚੀ ਪਦਵੀ ਦੀ ਸਤਿਗੁਰਾਂ ਦੇ ਬਚਨ ਦੇ ਨਾਲ ਮਾਨੋ ਕਿ ਪ੍ਰਾਪਤੀ ਹੋਈ, ਮੋਕਸ਼ ਦਾ ਅਧਿਕਾਰੀ ਬਣਿਆ। ਗੁਰੂ ਤਬੇਲੇ ਸ਼ੁਭਤ ਤੁਰੰਗ, ਖਾਏ ਖੁਰਾਕ ਪੁਸ਼ਟ ਬਲ ਅੰਗ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਗੁਰੂ ਜੀ ਦੇ ਤਬੇਲੇ ਦੇ ਵਿੱਚ ਘੋੜਾ ਮਾਨੋ ਕਿ ਬੱਝਾ ਹੋਇਆ ਸੋਭਾ ਪਾਉਂਦਾ ਹੈ, ਖੁਰਾਕ ਖਾਂਦਾ ਹੈ, ਰਿਸ਼ਟ ਪੁਸ਼ਟ ਦਿਨੋਂ ਦਿਨ ਹੁੰਦਾ ਹੈ। ਕਬ ਕਬ ਗੁਰੂ ਅਰੂੜ ਕਰ ਜਾਵੈ, ਕਰੇ ਅਖੇਰ ਹਰਖ ਉਪਜਾਵੈ। ਕਦੇ ਕਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਸਵਾਰੀ ਕਰਕੇ ਬਾਹਰ ਜਾਂਦੇ ਨੇ, ਕਦੇ ਕਦੇ ਮਾਨੋ ਕਿ ਸ਼ਿਕਾਰ ਖੇਡਣ ਦੇ ਵਾਸਤੇ ਜਦੋਂ ਜਾਂਦੇ ਨੇ
ਤੇ ਉਸੇ ਘੋੜੇ ਦੀ ਅਸਵਾਰੀ ਕਰਦੇ ਨੇ। ਬੁੱਢੇ ਆਦਿਕ ਸਿੱਖ ਅਸ਼ੇਸ਼ ਰਹਿ ਸਵਾਸਦ ਨਿਕਟ ਹਮੇਸ਼। ਬਾਬਾ ਬੁੱਢਾ ਜੀ ਵਰਗੇ ਬ੍ਰਹਮ ਗਿਆਨੀ ਬਹੁਤ ਸਾਰੇ ਜਿਹੜੇ ਸਿੱਖ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਭਾ ਦੇ ਵਿੱਚ ਹਮੇਸ਼ਾ ਰਹਿੰਦੇ। ਬਹੁ ਪੂਰਬ ਤੇ ਸੰਗਤ ਆਵੇ ਵਾਸਤੇ ਅਮੋਲਕ ਗਨ ਅਰ ਪਾਵੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੂਰਬ ਦੀ ਬਹੁਤੀ ਸਾਰੀ ਸੰਗਤ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚਦੀ ਹੈ ਔਰ ਮੰਨੋ ਕਿ ਬੜੀਆਂ ਅਮੋਲਕ ਕੀਮਤੀ ਜਿਹੜੀਆਂ ਭੇਟਾਂ ਨੇ ਨਾ ਉਹ ਸੰਗਤ ਲੈ ਕੇ ਆਉਂਦੀ ਹੈ। ਇਸ ਕੇ ਦੇਸ਼ ਨਗਰ ਸਮੁਦਾਈ ਕਹਿ ਲਗ ਗਿਨੀਐ ਮਤ ਥੱਕ ਜਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਪਾਸੇ ਦੇ ਪੂਰਬ ਵਾਲੇ ਪਾਸੇ ਦੇ ਮੰਨੋ ਕਿ ਬਹੁਤੇ ਸਾਰੇ ਇਲਾਕੇ ਨੇ, ਬਹੁਤੇ ਸਾਰੇ ਨਗਰ ਨੇ। ਕਹਿ ਲਗ ਗਿਨੀਐ ਮਤ ਥੱਕ ਜਾਈ। ਕਵੀ ਜੀ ਕਹਿੰਦੇ ਨੇ ਕਿ ਕਿੰਨੇ ਕੁ ਮੈਂ ਗਿਣ ਕੇ ਬਿਆਨ ਕਰਾਂ, ਮੇਰੀ ਮਤ ਥੱਕ ਜਾਏਗੀ। ਤਥਾ ਦਿਸ਼ਾ ਦੱਖਣ ਕੇ ਆਵੇਂ ਸੰਗ ਮਸੰਦ ਸੰਗਤਾਂ ਲਿਆਵੇਂ। ਜਿਵੇਂ ਪੂਰਬ ਵਾਲੇ ਪਾਸਿਓਂ ਸੰਗਤ ਆਉਂਦੀ ਹੈ, ਇਸੇ ਤਰ੍ਹਾਂ ਮੰਨੋ ਕਿ ਦੱਖਣ ਦੇ ਵਿੱਚੋਂ ਵੀ ਸੰਗਤ ਆਉਂਦੀ ਹੈ। ਬਹੁਤੀ ਸਾਰੀ ਸੰਗਤ ਨੂੰ ਮਸੰਦ ਪ੍ਰੇਰ ਕੇ ਲਿਆਉਂਦੇ ਨੇ। ਪਸ਼ਚਮ ਪੁਰ ਆਦਿਕ ਕਸ਼ਮੀਰ ਚਲੀ ਆਏ ਸੰਗਤ ਕੀ ਪੀਰ। ਇਸੇ ਹੀ ਤਰੀਕੇ ਦੇ ਨਾਲ ਪੱਛਮ ਦੇ ਵਿੱਚੋਂ ਵੀ, ਕਸ਼ਮੀਰ ਦੇ ਵਿੱਚੋਂ ਵੀ ਬਹੁਤੀ ਸਾਰੀ ਜਿਹੜੀ ਸੰਗਤ ਹੈ ਉਹ ਮੰਨੋ ਕਿ ਚੱਲ ਕੇ ਆਉਂਦੀ ਹੈ ਤੇ ਗੁਰੂ ਦੇ ਦਰਵਾਜ਼ੇ ਦੇ ਉੱਤੇ ਭੀੜ ਜੁੜੀ ਰਹਿੰਦੀ। ਪਰਬਤ ਬਾਸੀ ਬਸਤ ਅਜਾਇਬ ਦਰਸ਼ਨ ਕਰ ਅਰਪ ਕਰ ਸਾਹਿਬ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਮੰਨੋ ਕਿ ਪਰਬਤ ਦੇ ਵਿੱਚ ਵਸਣ ਵਾਲੇ ਜਿਹੜੇ ਲੋਕ ਨੇ, ਜਿਹੜੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਵੀ ਨੇ, ਉਹ ਮੰਨੋ ਕਿ ਅਜਾਇਬ ਕਿਸਮ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਣ ਕੇ ਅਰਪਣ ਕਰਦੀਆਂ ਨੇ। ਇਸ ਤਰੀਕੇ ਦੇ ਨਾਲ ਸਾਰੇ ਦੇ ਸਾਰੇ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਦੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। हे अच्युत हे पार ब्रह्म अविनाशी अगनास। हे पूर्ण हे सर्ब मैं दुख पंजन गुणतास। हे संगी हे निरंकार हे निर्गुण सब टेक। हे गोविंद हे गुण निदान जाके सदा विवेक। हे अपरंपर हर हरे है पी होवनहार। हे संतः कै सदा संग ने धारा आधार। हे ठाकुर हो दास रो मैं निर्गुण गुण नहीं कोय। नानक दीजै नाम दान राखो ही है परोय। याही कुल ते प्रगट होय ताही कुल को नाम। पुन द्वादश गुरिंद को मेरी है प्रणाम।